ਆਪ ਸਭ ਨੂੰ ਇਸ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਹੋਣ। ਇਹ ਤੁਹਾਨੂੰ ਸਭ ਨੂੰ ਪਤਾ ਹੈ ਕਿ ਹਿੰਦੂ ਇਤਿਹਾਸ ਦੇ ਵਿੱਚ ਜੇ ਇਸ ਦੀ ਗੱਲ ਕੀਤੀ ਜਾਵੇ ਤਾਂ ਅਯੋਧਿਆ ਤੋਂ ਸ਼੍ਰੀ ਰਾਮ ਜੀ ਦਾ ਵਾਪਸ ਆਉਣਾ ਇਸ ਘਟਨਾ ਦਾ ਸੰਬੰਧ ਰੱਖਦਾ ਹੈ। ਉੱਥੇ ਹੀ ਸਿੱਖ ਇਤਿਹਾਸ ਦੇ ਵਿੱਚ ਇਹਦੀ ਵੱਖਰੀ ਮਹਾਨਤਾ ਹੈ। ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਨਾਮ ਨਾਲ ਮਨਾਇਆ ਜਾਂਦਾ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਇਸ ਦਿਨ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਤੇ ਦਰਬਾਰ ਸਾਹਿਬ ਪਹੁੰਚੇ ਸੀ ਤੇ ਉਸ ਖੁਸ਼ੀ ਦੇ ਵਿੱਚ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ। ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਗੁਰੂ ਜੀ ਨੂੰ ਕੈਦ ਕਿਉਂ ਕੀਤਾ ਗਿਆ ਸੀ, ਉਹਨਾਂ 52 ਰਾਜਿਆਂ ਨੂੰ ਆਜ਼ਾਦ ਕਿਉਂ ਕਰਾਇਆ। ਇਸ ਲਈ ਥੋੜਾ ਜਿਹਾ ਇਸ ਇਤਿਹਾਸ ਦੇ ਪਿੱਛੇ ਜਾਣਾ ਪੈਣਾ ਹੈ। ਜਿਵੇਂ ਮੋਟੇ-ਮੋਟੇ ਇਤਿਹਾਸ ਦੀ ਗੱਲ ਕਰਾਂ ਤਾਂ ਧੰਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਸਨ। ਉਹ 21 ਸਾਲ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਪੈਦਾ ਹੁੰਦੇ ਨੇ। ਯਾਨੀ ਕਿ ਜੇ ਗੱਲ ਕੀਤੀ ਜਾਵੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨੰਦ 1574 ਈਸਵੀ ਦੇ ਵਿੱਚ ਪੜ੍ਹੇ ਜਾਂਦੇ ਨੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 1595 ਈਸਵੀ ਵਿੱਚ ਹੁੰਦਾ ਹੈ। ਤੇ ਇਹਨਾਂ ਪਿੱਛੇ ਇੱਕ ਘਟਨਾ ਜਿਹੜੀ ਹੈ ਉਹ ਤੁਹਾਨੂੰ ਸਭ ਨੂੰ ਪਤਾ ਹੀ ਹੋਏਗੀ। ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਦੀ ਸਾਖੀ ਵਾਲੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਪਿਛੇ ਵਾਲੀ ਸਾਖੀ ਸ਼ਾਇਦ ਤੁਸੀਂ ਸੁਣੀ ਹੋਏਗੀ ਕਿ ਕਿਵੇਂ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਵਰਦਾਨ ਦਿੱਤਾ ਸੀ ਤੇ ਕਿਵੇਂ ਮਾਤਾ ਗੰਗਾ ਜੀ ਲੱਸੀ ਤੇ ਪਿਆਜ਼ ਤੇ ਮਿੱਸੀਆਂ ਰੋਟੀਆਂ ਲੈ ਕੇ ਔਲਾਦ ਦੇ ਲਈ ਉਹਨਾਂ ਦੇ ਕੋਲ ਅਰਦਾਸ ਕਰਨ ਲਈ ਪਹੁੰਚੇ ਸੀ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੰਢਾ ਤੋੜਦੇ ਹੋਏ ਕਿਹਾ ਸੀ ਕਿ ਜਿਵੇਂ ਇਹ ਗੰਢਾ ਟੁੱਟਾ ਹੈ ਇਵੇਂ ਹੀ ਤੁਹਾਡਾ ਪੁੱਤਰ ਵਿਆਰੀਆਂ ਦੇ ਸਿਰ ਤੋੜੇਗਾ। ਫਿਰ ਕੀ 1595 ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੁੰਦਾ ਹੈ। ਹੁਣ ਅਸੀਂ ਇਸ ਘਟਨਾ ਵੱਲ ਆਉਂਦੇ ਹਾਂ ਕਿ ਮੀਰੀ ਪੀਰੀ ਦੇ ਮਾਲਕ ਨੇ ਕਿਵੇਂ 52 ਰਾਜਿਆਂ ਨੂੰ ਛੁਡਾਇਆ। ਮੁਗਲ ਲਗਾਤਾਰ ਲੋਕਾਂ ਦੇ ਉੱਤੇ ਅਤਿਆਚਾਰ ਕਰ ਰਹੇ ਸੀ ਔਰ ਇਸ ਅਤਿਆਚਾਰ ਦੇ ਖਿਲਾਫ ਸਿੱਖ ਦਰਬਾਰ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਇਸ ਅਨਿਆਂ ਖਿਲਾਫ ਹਮੇਸ਼ਾ ਖੜਦੇ ਰਹੇ। ਫਿਰ ਕੀ ਮੁਗਲ ਦਰਬਾਰ ਨੂੰ ਇਹ ਗੱਲ ਰਾਸ ਨਹੀਂ ਆਈ। ਉਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਬੁਲਾ ਕੇ ਸ਼ਹੀਦ ਕਰ ਦਿੱਤਾ। ਉਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ 11 ਸਾਲ ਸੀ। ਲਾਹੌਰ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸੁਪੁੱਤਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੱਦੀ ਦੇ ਦਿੱਤੀ। ਉਦੋਂ ਉਹਨਾਂ ਦੀ ਉਮਰ ਸਿਰਫ 11 ਸਾਲ ਸੀ। ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਗੱਦੀ ਤੇ ਬੈਠਦਿਆਂ ਸਾਰੀ ਉਹਨਾਂ ਦੇ ਪਿਤਾ ਦੀ ਸ਼ਹੀਦੀ ਬਾਰੇ ਪਤਾ ਲੱਗਦਾ ਹੈ ਤੇ ਸ਼ਹੀਦੀ ਬਾਰੇ ਪਤਾ ਲੱਗਣ ਤੋਂ ਬਾਅਦ ਉਹਨਾਂ ਨੇ ਜ਼ੁਲਮ ਖਿਲਾਫ ਮੁਗਲ ਦਰਬਾਰ ਖਿਲਾਫ ਲੜਨ ਦਾ ਪ੍ਰਣ ਕਰ ਲਿਆ। ਅਜਿਹੇ ਦੇ ਵਿੱਚ ਉਹਨਾਂ ਨੇ 2 ਕਿਰਪਾਨਾਂ ਜਿਹੜੀਆਂ ਨੇ ਉਹ ਧਾਰਨ ਕੀਤੀਆਂ, ਮੇਰੀ ਤੇ ਪੀਰੀ। ਮੇਰੀ ਜ਼ੁਲਮ ਖਿਲਾਫ ਲੜਨ ਦਾ ਪ੍ਰਤੀਕ ਸੀ, ਉਥੇ ਪੀਰੀ ਜਿਹੜੀ ਸੀ ਉਹ ਰੂਹਾਨੀਅਤ ਦਾ ਪ੍ਰਤੀਕ ਸੀ। ਪੀਰੀ ਦੀ ਤਲਵਾਰ 2 ਇੰਚ ਵੱਡੀ ਸੀ। ਇਹਦਾ ਮਤਲਬ ਕਿ ਰਾਜਨੀਤੀ ਹਮੇਸ਼ਾ ਧਰਮ ਦੇ ਆਧਾਰ ਤੇ ਹੋਣੀ ਚਾਹੀਦੀ ਹੈ, ਯਾਨੀ ਕਿ ਅਸੂਲਾਂ ਦੇ ਵਿੱਚ ਰਹਿ ਕੇ, ਧਰਮ ਦੇ ਵਿੱਚ ਰਹਿ ਕੇ ਤੇ ਲੋਕ ਭਲਾਈ ਦੇ ਵਿੱਚ ਰਹਿ ਕੇ ਕੀਤੀ ਜਾਣੀ ਚਾਹੀਦੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੰਨਣਾ ਸੀ ਕਿ ਜ਼ੁਲਮ ਖਿਲਾਫ ਤਾਂ ਅਸੀਂ ਲੜ ਲੈਂਦੇ ਹਾਂ, ਜਿੱਤ ਵੀ ਪ੍ਰਾਪਤ ਕਰ ਲੈਂਦੇ ਹਾਂ, ਪਰ ਜਿੱਤ ਤੋਂ ਬਾਅਦ ਜਦੋਂ ਤੁਹਾਨੂੰ ਸਿੰਘਾਸਨ ਮਿਲ ਜਾਂਦਾ ਹੈ ਉਹਦੇ ਉੱਤੇ ਬੈਠ ਕੇ ਭਾਵਨਾ, ਪਿਆਰ, ਸਦਭਾਵਨਾ ਦੇ ਨਾਲ ਰਾਜਨੀਤੀ ਕਰਨੀ ਔਖੀ ਹੈ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੱਦੀ ਤੇ ਬੈਠੇ ਤਾਂ ਉਹਨਾਂ ਨੇ ਸਿੱਖ ਸੰਗਤ ਕੋਲੇ ਵਧੀਆ ਘੋੜੇ, ਸ਼ਸਤਰ ਅਤੇ ਸਿਹਤਮੰਦ ਜਵਾਨੀਆਂ ਮੰਗੀਆਂ। ਅਕਾਲ ਤਖਤ ਦੀ ਉਸਾਰੀ ਕਰਵਾਈ ਔਰ ਇਹ ਪ੍ਰਤੀਕ ਬਣਾ ਦਿੱਤਾ ਕਿ ਅਕਾਲ ਤਖਤ ਮਜ਼ਲੂਮਾਂ ਦੀਆਂ ਗੱਲਾਂ ਸੁਣੇਗਾ, ਉਹਨਾਂ ਦੇ ਨਾਲ ਹੋ ਰਹੇ ਅਨਿਆਂ ਖਿਲਾਫ ਡਟ ਕੇ ਉਹਨਾਂ ਦਾ ਸਾਥ ਦੇਗਾ। ਤੇ ਹੁੰਦਾ ਵੀ ਤਾਂ ਕਚਹਿਰੀ ਲੱਗਦੀ ਸਿੱਖ ਸੰਗਤਾਂ ਦੇ ਤੇ ਹੋਰ ਦੀਨ ਦੁਖੀਆਂ ਦੇ ਦੁੱਖ ਸੁਣੇ ਜਾਂਦੇ ਤੇ ਉਹਨਾਂ ਦਾ ਖੰਡਨ ਵੀ ਕੀਤਾ ਜਾਂਦਾ। ਹੁਣ ਇਹ ਉੜਦੀਆਂ ਖਬਰਾਂ ਜਹਾਂਗੀਰ ਦੇ ਕੋਲ ਵੀ ਪਹੁੰਚਣ ਲੱਗੀਆਂ। ਹੁਣ ਹਰ ਜਗ੍ਹਾ ਦੇ ਉੱਤੇ ਚਮਚੇ ਹੁੰਦੇ ਨੇ ਤੇ ਜਹਾਂਗੀਰ ਨੂੰ ਇਹ ਕਿਹਾ ਗਿਆ ਕਿ ਬਾਦਸ਼ਾਹ ਸਲਾਮਤ, ਅਰਜਨ ਦਾ ਪੁੱਤ ਬਗਾਵਤ ਦੇ ਰਾਹ ਤੁਰ ਗਿਆ। ਉਹਨੇ ਪ੍ਰਣ ਕਰ ਲਿਆ ਕਿ ਤੁਹਾਡੀ ਸਿਆਸਤ ਨੂੰ ਖਤਮ ਕਰ ਦੇਗਾ। ਜਹਾਂਗੀਰ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਕ ਪੱਤਰ ਲਿਖਿਆ। ਉਸਨੇ ਪੱਤਰ ਲਿਖਿਆ ਤੇ ਕਿਹਾ ਕਿ ਗੁਰੂ ਸਾਹਿਬ ਜੀ, ਮੈਂ ਤੁਹਾਡਾ ਮੁਰੀਦ ਹਾਂ ਤੇ ਮੈਂ ਦਿੱਲੀ ਵਿੱਚ ਬੁਲਾ ਕੇ ਆਪ ਜੀ ਦੀ ਆਓ ਭਗਤ ਕਰਨਾ ਚਾਹੁੰਦਾ ਹਾਂ। ਫਿਰ ਕੀ ਜਹਾਂਗੀਰ ਦੇ ਸੱਦੇ ਦੇ ਉੱਤੇ ਦਿੱਲੀ ਚਲੇ ਗਏ ਗੁਰੂ ਸਾਹਿਬ।
ਛੇਵੇਂ ਪਾਤਸ਼ਾਹ ਦਿੱਲੀ ਜਾਂਦੇ ਨੇ ਤੇ 2-4 ਦਿਨ ਜਹਾਂਗੀਰ ਦੇ ਵੱਲੋਂ ਬਹੁਤ ਆਓ ਭਗਤ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਤੀਸਰੇ ਦਿਨ ਛੇਵੇਂ ਪਾਤਸ਼ਾਹ ਜੀ ਨੂੰ ਕਿਹਾ ਜਾਂਦਾ ਹੈ ਕਿ ਹੁਣ ਤੁਸੀਂ ਗਵਾਲੀਅਰ ਜਾਓ। ਉਸ ਸਮੇਂ ਗਵਾਲੀਅਰ ਮੁਗਲਾਂ ਦੀ ਮਨਪਸੰਦੀ ਦੀ ਜਗ੍ਹਾ ਸੀ, ਪਰ ਜਿਸ ਸਮੇਂ ਗੁਰੂ ਜੀ ਨੂੰ ਉੱਥੇ ਭੇਜਿਆ ਗਿਆ ਉਸ ਸਮੇਂ ਉਹ ਹੁਣ ਇੱਕ ਤਰੀਕੇ ਦੇ ਨਾਲ ਸ਼ਾਹੀ ਜੇਲ੍ਹ ਬਣ ਗਈ ਸੀ। ਗਵਾਲੀਅਰ ਦੇ ਕਿਲੇ ਦੇ ਵਿੱਚ ਸ਼ਾਹੀ ਸਵਾਰੀ ਦੁਆਰਾ ਗੁਰੂ ਜੀ ਨੂੰ ਭੇਜਿਆ ਗਿਆ। ਜਦੋਂ ਗੁਰੂ ਜੀ ਉੱਥੇ ਪਹੁੰਚੇ ਤਾਂ ਗਵਾਲੀਅਰ ਦੇ ਕਿਲੇ ਦੇ ਵਿੱਚ ਪਹਿਲਾਂ ਤੋਂ 52 ਰਾਜੇ ਕੈਦ ਸਨ। ਉਹਨਾਂ ਨੂੰ ਅਜਿਹਾ ਭੋਜਨ ਦਿੱਤਾ ਜਾਂਦਾ ਸੀ ਜਿਸ ਦੇ ਨਾਲ ਉਹ ਦਿਨੋਂ ਦਿਨ ਕਮਜ਼ੋਰ ਹੁੰਦੇ ਜਾ ਰਹੇ ਸੀ। ਇੱਥੇ ਸੁੱਖ ਦੀ ਗੱਲ ਇਹ ਸੀ ਕਿ ਇੱਥੇ ਦਾ ਦਰੋਗਾ ਜਾਂ ਜਿਹਨੂੰ ਕਹਿ ਲਈਏ ਕਿ ਜੇਲ੍ਹ ਵਾਰਡਨ ਭਾਈ ਹਰਦਾਸ ਜੀ ਉਹ ਗੁਰੂ ਸਾਹਿਬ ਦਾ ਮੁਰੀਦ ਸੀ ਤੇ ਗੁਰੂ ਸਾਹਿਬ ਦੇ ਇਲਾਹੀ ਨੂਰ ਤੋਂ ਵਾਕਿਫ ਸੀ। ਪਰ ਬਹੁਤ ਲੰਬਾ ਸਮਾਂ ਬੀਤ ਗਿਆ, ਛੇਵੇਂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਰਹੇ। ਇੱਧਰ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਬੈਰਾਗ ਹੋਣ ਲੱਗੀਆਂ ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਦੀ ਅਗਵਾਈ ਵਿੱਚ ਇੱਕ ਦਲ ਮਸ਼ਾਲ ਤੇ ਖੰਡਾ ਲੈ ਕੇ ਪੈਦਲ ਦਰਬਾਰ ਸਾਹਿਬ ਤੋਂ ਗਵਾਲੀਅਰ ਦੇ ਕਿਲੇ ਵੱਲ ਪਹੁੰਚਿਆ। ਪਰ ਉੱਥੇ ਮੁਗਲਾਂ ਨੇ ਬਾਕੀ ਸੰਗਤਾਂ ਨੂੰ ਅੰਦਰ ਨਾ ਜਾਣ ਦਿੱਤਾ। ਇਕੱਲੇ ਬਾਬਾ ਬੁੱਢਾ ਜੀ ਨੂੰ ਹੀ ਅੰਦਰ ਜਾਣ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਇਕੱਲੇ ਬਾਬਾ ਬੁੱਢਾ ਜੀ ਨੂੰ ਹੀ ਅੰਦਰ ਜਾਣ ਦਾ ਮੌਕਾ ਮਿਲਿਆ। ਜਦੋਂ ਬਾਬਾ ਜੀ ਨੇ ਜਾ ਕੇ ਛੇਵੇਂ ਪਾਤਸ਼ਾਹ ਜੀ ਨਾਲ ਗੱਲ ਕੀਤੀ ਕਿ ਸੰਗਤਾਂ ਬੈਰਾਗ ਹੋ ਰਹੀਆਂ ਨੇ ਤੇ ਤੁਹਾਨੂੰ ਲੰਮਾ ਸਮਾਂ ਹੋ ਗਿਆ ਤੇ ਤੁਹਾਨੂੰ ਵਾਪਸ ਆਉਣਾ ਚਾਹੀਦਾ ਹੈ, ਤਾਂ ਛੇਵੇਂ ਪਾਤਸ਼ਾਹ ਜੀ ਨੇ ਹੱਥ ਜੋੜ ਕੇ ਕਿਹਾ ਕਿ ਬਾਬਾ ਜੀ ਮੈਂ ਜਲਦੀ ਵਾਪਸ ਆਵਾਂਗਾ ਤੇ ਤੁਸੀਂ ਇੱਦਾਂ ਦੀਆਂ ਹੀ ਚੌਕੀਆਂ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਰੋਜ਼ ਕਰਿਆ ਕਰੋ। ਜਿਹਨੇ ਮੈਨੂੰ ਪਾਉਣਾ ਹੈ ਉਸ ਚੌਕੀਆਂ ਦੇ ਵਿੱਚੋਂ ਪਾ ਲੈਣਾ ਹੈ। ਸਮਾਂ ਬੀਤਾ ਗਿਆ ਤੇ ਗਵਾਲੀਅਰ ਦੇ ਕਿਲੇ ਦੇ ਵਿੱਚ ਗੁਰੂ ਸਾਹਿਬ ਇੰਜ ਦੇ ਇੰਜ ਬਣੇ ਰਹੇ। ਗੁਰੂ ਸਾਹਿਬ ਦੀ ਰਿਹਾਈ ਦੇ ਵਿੱਚ ਦੋ ਲੋਕਾਂ ਨੇ ਬੜੀ ਅਹਿਮ ਭੂਮਿਕਾ ਨਿਭਾਈ। ਇੱਕ ਸੀ ਜਹਾਂਗੀਰ ਦਾ ਸ਼ਾਹੀ ਹਕੀਮ ਵਜ਼ੀਰ ਖਾਨ। ਵਜ਼ੀਰ ਖਾਨ ਦੀ ਇੱਕ ਲੰਬੀ ਬਿਮਾਰੀ ਸੀ ਜਿਹਦਾ ਇਲਾਜ ਨਹੀਂ ਹੋ ਸਕਿਆ ਸੀ। ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਿਹਰ ਦੇ ਨਾਲ ਉਸ ਦੀ ਉਹ ਬਿਮਾਰੀ ਖੰਡੀ ਗਈ ਸੀ। ਸਾਖੀਆਂ ਦਾ ਤੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਹ ਕਦੇ ਵੀ ਸੁਖਮਨੀ ਸਾਹਿਬ ਪੜ੍ਹੇ ਤੋਂ ਬਿਨਾਂ ਆਪਣੇ ਘਰੋਂ ਬਾਹਰ ਨਹੀਂ ਸੀ ਨਿਕਲਦਾ। ਜਹਾਂਗੀਰ ਉਸ ਸਮੇਂ ਬਿਮਾਰ ਹੋਣ ਲੱਗਿਆ। ਦਿਨੋਂ ਦਿਨ ਉਹਦੇ ਹਾਲਾਤ ਖਰਾਬ ਹੁੰਦੇ ਨਜ਼ਰ ਆਏ ਤੇ ਸ਼ਾਹੀ ਹਕੀਮ ਉਹਨਾਂ ਨੂੰ ਕਹਿਣ ਲੱਗ ਗਿਆ ਕਿ ਤੁਸੀਂ ਗੁਰੂ ਸਾਹਿਬ ਦੇ ਲੜ ਲੱਗ ਜਾਓ। ਫਿਰ ਜਦੋਂ ਕਹਿੰਦੇ ਹੁੰਦੇ ਨਾ ਕਿ ਦਵਾਈ ਦੇ ਨਾਲ ਨਹੀਂ ਗੱਲ ਬਣਦੀ ਤੇ ਫਿਰ ਕਿਸੇ ਹੋਰ ਬੰਨੇ ਟੱਕਰਾਂ ਮਾਰਨੀਆਂ ਸ਼ੁਰੂ ਕਰਦੇ ਨੇ। ਉਸ ਸਮੇਂ ਸਾਈਂ ਮੀਆਂ ਮੀਰ ਮੁਗਲਾਂ ਦੇ ਬੜੇ ਵੱਡੇ ਗੁਰੂ ਸਨ। ਜਹਾਂਗੀਰ ਨੇ ਮੀਆਂ ਮੀਰ ਨੂੰ ਗਵਾਲੀਅਰ ਬੁਲਾਇਆ ਤੇ ਜਦੋਂ ਮੀਆਂ ਮੀਰ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਇਸ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਨੇ ਤਾਂ ਮੀਆਂ ਮੀਰ ਪਹਿਲਾਂ ਗਵਾਲੀਅਰ ਦੇ ਕਿਲੇ ਪਹੁੰਚਿਆ। ਗਵਾਲੀਅਰ ਦੇ ਕਿਲੇ ਦੇ ਸਾਹਮਣੇ ਉਸਨੇ ਮੱਥਾ ਟੇਕਿਆ ਤੇ ਫਿਰ ਨੰਗੇ ਪੈਰ ਉਸ ਗਵਾਲੀਅਰ ਦੇ ਕਿਲੇ ਦੀ ਪਰਿਕਰਮਾ ਕੀਤੀ ਤੇ ਉਸ ਤੋਂ ਬਾਅਦ ਜਹਾਂਗੀਰ ਦੇ ਕੋਲ ਗਿਆ ਤੇ ਜਦੋਂ ਜਹਾਂਗੀਰ ਨੇ ਉਸ ਨੂੰ ਦੱਸਿਆ ਕਿ ਮੈਂ ਬਿਮਾਰ ਹਾਂ, ਮੈਂ ਖੁਸ਼ ਵੀ ਨਹੀਂ ਰਹਿ ਸਕਦਾ, ਮੈਨੂੰ ਇੱਦਾਂ ਲੱਗਦਾ ਹੈ ਕਿ ਮੈਂ ਬਸ ਥੋੜ੍ਹੇ ਦਿਨਾਂ ਦਾ ਮਹਿਮਾਨ ਹੈ, ਤਾਂ ਫਿਰ ਮੀਆਂ ਮੀਰ ਨੇ ਕਿਹਾ ਕਿ ਜਦੋਂ ਰੱਬ ਰੂਪੀ ਬੰਦਿਆਂ ਨੂੰ ਜੇਲ੍ਹ ਦੇ ਵਿੱਚ ਡੱਕੋਗੇ ਤਾਂ ਤੁਹਾਡੇ ਨਾਲ ਇੰਝ ਹੀ ਹੋਣਾ ਹੈ। ਫਿਰ ਕੀ ਮੀਆਂ ਮੀਰ ਦੇ ਕਹਿਣ ਤੇ ਜਹਾਂਗੀਰ ਨੇ ਗੁਰੂ ਸਾਹਿਬਾਨ ਨੂੰ ਰਿਹਾ ਕਰਨ ਦਾ ਹੁਕਮ ਦੇ ਦਿੱਤਾ ਤੇ ਦਰੋਗੇ ਨੂੰ ਇੱਕ ਪੱਤਰ ਭੇਜਿਆ। ਜਦੋਂ ਦਰੋਗਾ ਖੁਸ਼ੀ-ਖੁਸ਼ੀ ਇੱਕ ਖੁਸ਼ਖਬਰੀ ਗੁਰੂ ਸਾਹਿਬਾਨ ਦੇ ਕੋਲ ਲੈ ਕੇ ਗਿਆ ਤਾਂ ਗੁਰੂ ਸਾਹਿਬਾਨ ਨੇ ਕਿਹਾ ਕਿ ਮੈਂ ਇਸ ਕਿਲੇ ਦੇ ਵਿੱਚੋਂ ਇਕੱਲਾ ਰਿਹਾ ਨਹੀਂ ਹੋਊਗਾ। ਜੇ ਇੰਜ ਹੁੰਦਾ ਹੈ ਤਾਂ ਇਸ ਕਿਲੇ ਦਾ ਮਾਹੌਲ ਪਹਿਲਾਂ ਵਾਂਗ ਹੋ ਜਾਏਗਾ। ਮੈਂ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਜਾਵਾਂਗਾ। ਜਦੋਂ ਇਹ ਗੱਲ ਜਹਾਂਗੀਰ ਨੂੰ ਪਤਾ ਲੱਗੀ ਤਾਂ ਸਿਆਸਤਦਾਨਾਂ ਵਾਂਗੂ ਜਹਾਂਗੀਰ ਨੇ ਸਿਆਸਤ ਕਰਦੇ ਹੋਏ ਕਿਹਾ, ਗੁਰੂ ਸਾਹਿਬਾਨ ਦੇ ਲੜ ਲੱਗ ਕੇ ਜਿੰਨੇ ਰਾਜੇ ਬਾਹਰ ਨਿਕਲ ਸਕਣ ਉਹ ਨਿਕਲ ਸਕਦੇ ਨੇ। ਸ਼ਾਇਦ ਜਹਾਂਗੀਰ ਨੂੰ ਲੱਗਦਾ ਸੀ ਕਿ ਕਿੰਨੇ ਕੁ ਰਾਜੇ ਬਾਹਰ ਨਿਕਲ ਜਾਣਗੇ ਤੇ ਇੱਕ ਦੂਸਰੇ ਨਾਲ ਸ਼ਾਇਦ ਲੜ ਕੇ ਉੱਥੇ ਹੀ ਰਹਿ ਜਾਣਗੇ ਤੇ ਕੋਈ ਵੀ ਬਾਹਰ ਨਹੀਂ ਨਿਕਲ ਸਕਦਾ। ਫਿਰ ਕੀ, ਜਿਵੇਂ ਪਹਿਲਾਂ ਦੱਸਿਆ ਕਿ ਦਰੋਗਾ ਗੁਰੂ ਸਾਹਿਬਾਨ ਹੁਣਾਂ ਦਾ ਮੁਰੀਦ ਸੀ। ਉਹ ਉਹਨਾਂ ਦੇ ਇਲਾਹੀ ਨੂਰ ਤੋਂ ਪ੍ਰਭਾਵਿਤ ਸੀ ਤੇ ਉਸ ਦੀ ਮਦਦ ਦੇ ਨਾਲ ਗੁਰੂ ਸਾਹਿਬਾਨ ਨੇ ਉਸ ਦੇ ਕੋਲੋਂ 52 ਕਲੀਆਂ ਵਾਲਾ ਚੋਲਾ ਬਣਵਾਇਆ ਤੇ ਇਹਨਾਂ ਕਲੀਆਂ ਨੂੰ ਫੜ ਕੇ 52 ਰਾਜੇ ਇਸ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਆਉਂਦੇ ਨੇ।
ਇਸ ਗਵਾਲੀਅਰ ਦੇ ਕਿਲੇ ਤੋਂ ਬਾਹਰ ਨਿਕਲਣ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਦੇ ਨੇ ਤੇ ਉਹਨਾਂ ਦੀ ਪਹੁੰਚਣ ਦੀ ਖੁਸ਼ੀ ਦੇ ਉੱਤੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦੇ ਦਰਬਾਰ ਸਾਹਿਬ ਪਹੁੰਚਣ ਦੀ ਖੁਸ਼ੀ ਵਿੱਚ ਦਰਬਾਰ ਸਾਹਿਬ ਰਸ਼ਨਾਇਆ ਜਾਂਦਾ ਹੈ ਤੇ ਇਸ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਹੁਣ ਗੁਰੂ ਸਾਹਿਬਾਨ ਦੇ ਗਵਾਲੀਅਰ ਦੇ ਕਿਲੇ ਦੇ ਵਿੱਚ ਰਹਿਣ ਦੇ ਸਮੇਂ ਨੂੰ ਲੈ ਕੇ ਵੱਖਰੇ ਵੱਖਰੇ ਇਤਿਹਾਸਕਾਰ ਵੱਖਰਾ ਵੱਖਰਾ ਲਿਖਦੇ ਨੇ। ਕੋਈ ਕਹਿੰਦਾ ਹੈ 3 ਸਾਲ, ਕੋਈ ਕਹਿੰਦਾ ਹੈ 5 ਸਾਲ ਤੇ ਕੋਈ ਕਹਿੰਦਾ ਹੈ 12 ਸਾਲ। ਫਿਲਹਾਲ ਇਸ ਦੇ ਉੱਤੇ ਕੋਈ ਪੁਖਤਾ ਸਬੂਤ ਨਹੀਂ ਹੈ। ਇਹ ਦਿਵਸ ਰੋਸ਼ਨੀ ਦਾ ਦਿਵਸ ਹੈ, ਸੱਚ, ਹੱਕ ਤੇ ਜ਼ੁਲਮ ਖਿਲਾਫ ਲੜਨ ਦਾ ਦਿਵਸ ਹੈ ਔਰ ਆਪਣੇ ਅੰਦਰ ਵਾਲੇ ਹਨੇਰੇ ਨੂੰ ਮਿਟਾਉਣ ਦਾ ਦਿਵਸ ਹੈ। ਇੱਕ ਵਾਰ ਫਿਰ ਤੋਂ ਆਪ ਸਭ ਨੂੰ ਬੰਦੀ ਛੋੜ ਦਿਵਸ ਔਰ ਇਸ ਰੋਸ਼ਨੀ ਦੇ ਤਿਉਹਾਰ ਦੀਵਾਲੀ ਦੀ ਲੱਖ ਲੱਖ ਮੁਬਾਰਕ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।